Attention Outlook। गौड़ी कबीर जी। अंधकार सुख कभै ना सोई है, राजा रंक दो मिल रोई है। ਅੰਧਕਾਰ ਭਾਵ ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ ਵਿੱਚ ਰਹਿਣਾ। ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਰਿਹਾ ਕਦੇ ਵੀ ਸੁੱਖ ਨਹੀਂ ਹੋ ਸਕਦਾ, ਕਦੇ ਵੀ ਸੁੱਖ ਦੀ ਨੀਂਦ ਨਹੀਂ ਸੋਇਆ ਜਾ ਸਕਦਾ। ਅੰਧਕਾਰ ਸੁਖ ਕਭੈ ਨਾ ਸੋਈ ਹੈ। ਜਿਹੜੇ ਵੀ ਮਨੁੱਖ ਅਗਿਆਨਤਾ ਦੇ ਇਸ ਹਨੇਰੇ ਦੇ ਵਿੱਚ ਰਹਿੰਦੇ ਨੇ, ਭਾਵੇਂ ਉਹ ਰਾਜੇ ਹੋਣ ਭਾਵੇਂ ਰੰਕ ਹੋਣ, ਦੋਨੇ ਮਿਲ ਕੇ ਰੋਂਦੇ ਹੀ ਨੇ, ਦੁਖੀ ਹੀ ਹੁੰਦੇ ਨੇ। ਸੁੱਖ ਹੈ ਤਾਂ ਪਰਮਾਤਮਾ ਦੀ ਗੋਦ ਵਿੱਚ ਹੈ, ਉਹਦੇ ਤੋਂ ਇਲਾਵਾ ਸੰਸਾਰ ਦੇ ਵਿੱਚ ਤੇ ਪੈਰ ਪੈਰ ਤੇ ਦੁੱਖ ਹੀ ਦੁੱਖ ਹੈ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ ਰਹਾਓ। ਜਦ ਤੱਕ ਜੀਵ ਦੇ ਨਾਲ ਪਰਮਾਤਮਾ ਨੂੰ ਨਹੀਂ ਜਪਦੇ, ਤਦ ਤੱਕ ਜੰਮਦੇ ਮਰਦੇ ਤੇ ਦੁਖੀ ਹੋ ਕੇ ਰੋਂਦੇ ਰਹੋਗੇ। ਜੀਵਨ ਦੇ ਵਿੱਚ ਕੁਝ ਚੰਗਾ ਹੋ ਜਾਏਗਾ, ਜੰਮ ਜਾਓਗੇ, ਜੰਮ ਪਓਗੇ, ਜਨਮ ਲੈ ਲਓਗੇ। ਕੁਝ ਮਾੜਾ ਹੋ ਜਾਏਗਾ ਤੇ ਮਰ ਜਾਓਗੇ। ਤੇ ਇਹ ਜੰਮਣ ਮਰਨ ਦਾ ਸਿਲਸਿਲਾ ਤਾ ਉਮਰ ਚੱਲਦਾ ਰਹੇਗਾ, ਕਿਉਂਕਿ ਚੰਗਾ ਮਾੜਾ ਤੇ ਜੀਵਨ ਦੇ ਵਿੱਚ ਪਲ ਪਲ ਹੁੰਦਾ ਰਹਿੰਦਾ ਹੈ। ਇੱਕ ਹੀ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਕੁਝ ਚੰਗਾ ਤੇ ਕੁਝ ਮਾੜਾ ਸਾਡੇ ਨਾਲ ਵਾਪਰ ਜਾਏ, ਕੁਝ ਕਿਹਾ ਨਹੀਂ ਜਾ ਸਕਦਾ। ਜਿੰਨੇ ਵਾਰ ਚੰਗਾ ਓਨੇ ਵਾਰ ਜਨਮ, ਤੇ ਜਿੰਨੇ ਵਾਰ ਮਾੜਾ ਓਨੇ ਵਾਰ ਮੌਤ। ਜਨਮ ਮਰਨ ਦਾ ਸਿਲਸਿਲਾ ਸੰਸਾਰ ਦੇ ਨਾਲ ਮੋਹ ਰੱਖਣ ਵਾਲੇ ਜੀਵਾਂ ਦੇ ਲਈ ਸਦਾ ਹੀ ਚੱਲਦਾ ਰਹਿੰਦਾ ਹੈ। ਇਹੀ ਗੱਲ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਦ ਤੱਕ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਨਹੀਂ ਜੋੜਦੇ, ਉਦੋਂ ਤੱਕ ਜੰਮਦੇ ਮਰਦੇ ਰਹੋਗੇ ਤੇ ਦੁਖੀ ਰਹੋਗੇ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾ ਕੀ ਮਾਇਆ। ਰੁੱਖਾਂ ਦੀ ਛਾਂ ਤੇ ਸਭਨਾਂ ਨੇ ਵੇਖੀ ਹੋਏਗੀ, ਉਹ ਕਦੇ ਵੀ ਸਥਾਈ ਨਹੀਂ ਹੁੰਦੀ। ਸਕਿੰਟਾਂ ਦੇ ਹਿਸਾਬ ਦੇ ਨਾਲ ਉਹ ਬਦਲਦੀ ਹੈ, ਉਹਦਾ ਸਥਿਰ ਟਿਕਾਣਾ ਨਹੀਂ ਹੈ। ਤੇ ਭਗਤ ਕਬੀਰ ਜੀ ਕਹਿੰਦੇ ਸਾਡੀ ਜਿੰਦ ਵੀ ਉਸੇ ਪ੍ਰਕਾਰ ਹੀ ਹੈ, ਸਾਡੇ ਪ੍ਰਾਣ ਵੀ ਉਸੇ ਤਰ੍ਹਾਂ ਹੀ ਨੇ। ਇਹ ਸਥਾਈ ਨਹੀਂ, ਇੱਕ ਨਾ ਇੱਕ ਦਿਨ ਨਿਕਲ ਹੀ ਜਾਣੇ ਨੇ। ਤੇ ਜਦੋਂ ਨਿਕਲ ਗਏ ਤੇ ਇਹ ਜੋ ਮਾਇਆ ਦਾ ਅੰਬਾਰ ਇਕੱਠਾ ਕਰਨ ਤੇ ਸਾਰੀ ਉਮਰ ਜ਼ੋਰ ਦਿੰਦਾ ਰਿਹਾ, ਇਹ ਤੇ ਨਾਲ ਨਹੀਂ ਜਾਣੀ। ਇਹ ਕਿਹਦੀ ਹੋ ਜਾਏਗੀ? ਤੇਰੀ ਤੇ ਨਹੀਂ ਰਹਿਣੀ। ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮਨੁੱਖ ਦੀਆਂ ਜ਼ਰੂਰਤਾਂ ਬੜੀਆਂ ਥੋੜ੍ਹੀਆਂ ਨੇ। ਜ਼ਰੂਰਤਾਂ ਤੋਂ ਇਲਾਵਾ ਜੋ ਅਡੰਬਰ ਅਸੀਂ ਆਪਣੇ ਆਸ-ਪਾਸ ਰਚਾ ਕੇ ਰੱਖਦੇ ਹਾਂ, ਉਹ ਸਾਡੀਆਂ ਜ਼ਰੂਰਤਾਂ ਤੋਂ ਵੀ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ। ਤੇ ਉਸ ਵੱਡੇ ਅਡੰਬਰ ਨੂੰ ਰਚਾਈ ਰੱਖਣ ਦੇ ਲਈ ਬਹੁਤ ਜ਼ਿਆਦਾ ਸਾਨੂੰ ਮਾਇਆ ਦੀ ਲੋੜ ਮਹਿਸੂਸ ਹੁੰਦੀ ਹੈ। ਇਹ ਵੀ ਮੰਨ ਲਓ, ਚਲੋ ਤੁਸੀਂ ਜ਼ਰੂਰਤਾਂ ਵੀ ਪੂਰੀਆਂ ਕਰ ਲਈਆਂ, ਸ਼ੌਕ ਵੀ ਪੂਰੇ ਕਰ ਲਏ, ਪਰ ਫਿਰ ਵੀ ਹੋਰ ਜ਼ਿਆਦਾ ਇਕੱਠੇ ਕਰਨ ਦੀ ਜੋ ਹੋੜ ਲੱਗੀ ਰਹਿੰਦੀ ਹੈ, ਉਹਦਾ ਕੀ ਫਾਇਦਾ? ਅਸੀਂ ਮੰਨ ਲੈਂਦੇ ਹਾਂ ਇਹ ਗੱਲ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਸਹੂਲਤਾਂ ਪਸੰਦ ਨੇ, ਤੇ ਦੁਨੀਆ ਦਾ ਦਸਤੂਰ ਇਸ ਪ੍ਰਕਾਰ ਦਾ ਹੈ ਕਿ ਉਹਨਾਂ ਸਹੂਲਤਾਂ ਨੂੰ ਹਾਸਲ ਕਰਨ ਦੇ ਲਈ ਮਾਇਆ ਚਾਹੀਦੀ ਹੈ, ਪੈਸਾ ਚਾਹੀਦਾ ਹੈ। ਪਰ ਤੁਸੀਂ ਉਹ ਜ਼ਰੂਰਤਾਂ ਵੀ ਪੂਰੀਆਂ ਕਰ ਲਈਆਂ, ਉਹ ਸਹੂਲਤਾਂ ਵੀ ਹਾਸਲ ਕਰ ਲਈਆਂ, ਸ਼ੌਂਕ ਵੀ ਪੂਰੇ ਕਰ ਲਏ, ਉਹਦੇ ਤੋਂ ਇਲਾਵਾ ਵੀ ਤੁਹਾਡੇ ਕੋਲ ਮਨਾਂ ਮੂੰਹੀ ਪੈਸਾ ਪਿਆ ਹੈ, ਪਰ ਤੁਹਾਡੀ ਭੁੱਖ ਹਜੇ ਵੀ ਨਹੀਂ ਮਿਟ ਰਹੀ। ਹਜੇ ਵੀ ਤੁਹਾਨੂੰ ਹੋਰ ਤੋਂ ਹੋਰ ਇਕੱਠਾ ਕਰਨ ਦੀ ਹੋੜ ਲੱਗੀ ਪਈ ਹੈ। ਉਹਦਾ ਕੀ ਫਾਇਦਾ? ਉਹਦੇ ਪਿੱਛੇ ਕੀ ਲੌਜਿਕ ਹੈ? ਉਹ ਕਿਉਂ? ਤੇ ਖਾਸ ਕਰਕੇ ਇਹ ਗੱਲ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਲਾਗੂ ਹੁੰਦੀ ਹੈ ਜੋ ਦੂਜਿਆਂ ਦਾ ਖੂਨ ਪਸੀਨਾ ਚੂਸ ਕੇ ਦੌਲਤਾਂ ਇਕੱਠੀਆਂ ਕਰਨ ਤੇ ਲੱਗੇ ਹੋਏ ਨੇ। ਜੇ ਤੁਹਾਡਾ ਕੋਈ ਕਾਰੋਬਾਰ ਹੈ, ਤੁਸੀਂ ਮਿਹਨਤ ਕਰ ਰਹੇ ਹੋ, ਪ੍ਰਮਾਤਮਾ ਦੀ ਸ਼ੁਕਰ ਦੇ ਨਾਲ ਉਸ ਕਾਰੋਬਾਰ ਦੇ ਵਿੱਚੋਂ ਤੁਹਾਨੂੰ ਚੰਗਾ ਪੈਸਾ ਬਣ ਰਿਹਾ ਹੈ, ਤੁਹਾਡੀਆਂ ਜ਼ਰੂਰਤਾਂ ਤੁਹਾਡੇ ਸ਼ੌਂਕ ਪੂਰੇ ਹੋਣ ਤੋਂ ਬਾਅਦ ਵੀ ਤੁਹਾਡੇ ਕੋਲ ਬਚ ਰਿਹਾ ਹੈ, ਜੋ ਤੁਹਾਡੇ ਕੋਲ ਜੁੜ ਰਿਹਾ ਹੈ। ਜਦੋਂ ਤੱਕ ਤੁਸੀਂ ਕਿਸੇ ਦਾ ਬੁਰਾ ਨਹੀਂ ਕਰ ਰਹੇ, ਆਪਣੇ ਜੋ ਥੱਲੇ ਤੁਹਾਡੇ ਕੰਮ ਕਰਦੇ ਨੇ ਵਰਕਰ, ਉਹਨਾਂ ਦਾ ਵੀ ਬਰਾਬਰ ਦਾ ਖਿਆਲ ਰੱਖਦੇ ਪਏ ਹੋ, ਜਦ ਤੱਕ ਤੁਹਾਡੇ ਦਿਲ ਦੇ ਵਿੱਚ ਦਇਆ ਹੈ, ਕਿਸੇ ਲੋੜਵੰਦ ਦੀ ਮਦਦ ਕਰਨ ਦੇ ਲਈ ਤੁਸੀਂ ਤਤਪਰ ਰਹਿੰਦੇ ਹੋ, ਕੋਈ ਬੁਰਾਈ ਨਹੀਂ।
ਕੋਈ ਬੁਰਾਈ ਨਹੀਂ ਉਹਦੇ ਵਿੱਚ। ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਤੁਹਾਡੇ ਤੇ, ਤੁਸੀਂ ਇਕੱਠਾ ਕਰ ਸਕਦੇ ਹੋ, ਕਰ ਰਹੇ ਹੋ। ਜਦੋਂ ਤੱਕ ਤੁਹਾਡਾ ਉਹਦੇ ਨਾਲ ਮੋਹ ਨਹੀਂ ਪਿਆ ਹੋਇਆ, ਅੱਜ ਤੁਸੀਂ ਇਕੱਠਾ ਕਰ ਪਾ ਰਹੇ ਹੋ, ਠੀਕ ਹੈ। ਕੱਲ੍ਹ ਨੂੰ ਨਹੀਂ ਕਰ ਪਾਓਗੇ ਤੇ ਤੁਸੀਂ ਦੁਖੀ ਨਹੀਂ ਹੋਵੋਗੇ ਜਦੋਂ ਤੱਕ, ਉਦੋਂ ਤੱਕ ਠੀਕ ਹੈ। ਪਰ ਜਦ ਤੁਹਾਡੇ ਅੰਦਰ ਬਸ ਹੋੜ ਲੱਗ ਜਾਏ ਕਿ ਇਕੱਠਾ ਕਰੀ ਜਾਣਾ ਹੈ, ਕਰੀ ਜਾਣਾ ਹੈ, ਮੇਰੇ ਥੱਲੇ ਜੋ ਵਰਕਰ ਕੰਮ ਕਰਦੇ ਆ, ਕਾਮੇ ਕੰਮ ਕਰਦੇ ਆ, ਉਹਨਾਂ ਦੀ ਮੈਨੂੰ ਕੋਈ ਪਰਵਾਹ ਨਹੀਂ, ਮੇਰੇ ਸਾਹਮਣੇ ਕੋਈ ਬੰਦਾ ਮਰੀ ਜਾ ਰਿਹਾ, ਮੈਨੂੰ ਉਹਦੀ ਕੋਈ ਪਰਵਾਹ ਨਹੀਂ, ਮੇਰੇ ਦਿਲ 'ਚ ਕੋਈ ਦਇਆ ਨਹੀਂ, ਉਹ ਗੱਲ ਮਾੜੀ ਹੈ। ਉਹਨਾਂ 'ਤੇ ਜ਼ਿਆਦਾਤਰ ਇਹ ਗੱਲ ਲਾਗੂ ਹੁੰਦੀ ਹੈ ਕਿ ਤੁਸੀਂ ਇਹ ਸਭ ਕੁਝ ਇਕੱਠਾ ਕਰਤਾ ਰਹੇ ਹੋ। ਪ੍ਰਾਣ ਤੇ ਰੁੱਖ ਦੀ ਛਾਂ ਵਰਗੇ ਨੇ, ਇੱਕ ਦਿਨ ਨਿਕਲ ਜਾਣਗੇ, ਚਲੇ ਜਾਣਗੇ। ਇਹ ਕਿਹਦੇ ਲਈ ਇਕੱਠੀ ਕਰੀ ਜਾਣੀ, ਤੁਸੀਂ ਨਾਲ ਨਹੀਂ ਲੈ ਜਾਣੇ। ਇਹ ਗੱਲ ਕਿਉਂ ਨਹੀਂ ਸਮਝਦੇ? ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋ ਕਾ ਕੀ ਮਾਇਆ। ਜਦੋਂ ਪ੍ਰਾਣ ਨਿਕਲ ਗਏ ਦੱਸੋ ਇਹ ਮਾਇਆ ਕਿਸ ਦੀ ਹੁੰਦੀ ਹੈ? ਜਾਂ ਤੇ ਕਹੋ ਕਿ ਤੁਹਾਡੇ ਪ੍ਰਾਣਾਂ ਨੂੰ ਨਿਕਲਣ ਤੋਂ ਬਚਾ ਲਏਗੀ, ਤੁਸੀਂ ਇਸ ਕਰਕੇ ਇਕੱਠੀ ਕਰ ਰਹੇ ਹੋ। ਇਹ ਤੇ ਸੰਭਵ ਨਹੀਂ ਨਾ। ਤੁਸੀਂ ਜਿੰਨੀ ਮਰਜ਼ੀ ਇਕੱਠੀ ਕਰ ਲਵੋ, ਸਾਰੀ ਦੁਨੀਆ ਨੂੰ ਕੰਗਾਲ ਕਰਕੇ ਸਾਰੀ ਦੁਨੀਆ ਦੀ ਧਨ ਦੌਲਤ ਤੁਸੀਂ ਇਕੱਲੇ ਲੈ ਲਵੋ, ਉਹਦੇ ਨਾਲ ਜਾਂ ਤੇ ਆਪਣੇ ਪ੍ਰਾਣਾਂ ਨੂੰ ਨਿਕਲਣ ਤੋਂ ਬਚਾ ਕੇ ਦਿਖਾਓ, ਫਿਰ ਤੇ ਅਸੀਂ ਮੰਨੀਏ। ਪਰ ਜੇ ਇਹ ਨਹੀਂ ਕਰ ਸਕਦੇ ਤੇ ਫਿਰ ਕਿਉਂ ਲੋਕਾਂ ਦੇ ਖੂਨ ਪਸੀਨੇ ਦੀਆਂ ਕਮਾਈਆਂ ਨੂੰ ਵੀ ਹੜੱਪਣ ਤੇ ਤੁਸੀਂ ਲੱਗੇ ਰਹਿੰਦੇ ਹੋ? ਕਿਉਂ ਨਹੀਂ ਸਬਰ ਤੁਹਾਡੇ ਵਿੱਚ? ਕਦੇ ਜੀਵਨ ਦੇ ਵਿੱਚ ਤੁਹਾਨੂੰ ਮੌਕਾ ਮਿਲੇ ਇਸ ਪ੍ਰਕਾਰ ਦੇ ਕਿਸੇ ਇਨਸਾਨ ਨੂੰ ਮਿਲਣ ਦਾ ਜੋ ਲੋਕਾਂ 'ਤੇ ਅਤਿਆਚਾਰ ਕਰਕੇ, ਦੂਜਿਆਂ ਦਾ ਬੁਰਾ ਕਰ ਕਰਕੇ, ਨੁਕਸਾਨ ਕਰ ਕਰਕੇ ਆਪਣੀਆਂ ਜੇਬਾਂ ਭਰਨ 'ਤੇ ਲੱਗਿਆ ਹੈ, ਤਾਂ ਉਹਦੇ ਤੋਂ ਇਹ ਸਵਾਲ ਜ਼ਰੂਰ ਪੁੱਛਿਆ ਜੇ ਕਿ ਤੂੰ ਇਹ ਸਭ ਕੁਝ ਲੈ ਕੇ ਕਿੱਥੇ ਜਾਣਾ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਸ ਜੰਤੀ ਮਹਿ ਜਿਉ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਜਦੋਂ ਕੋਈ ਗਵਈਆ ਕਿਸੇ ਸਾਜ਼ ਨੂੰ ਵਜਾ ਰਿਹਾ ਹੁੰਦਾ ਹੈ, ਉਸ ਸਾਜ਼ ਦੇ ਵਿੱਚੋਂ ਆਵਾਜ਼ ਆ ਰਹੀ ਹੁੰਦੀ ਹੈ, ਵਜਾਉਣਾ ਛੱਡ ਦੇਵੇ ਤੇ ਉਹ ਆਵਾਜ਼ ਹੌਲੀ ਹੌਲੀ ਮੱਧਮ ਹੁੰਦੀ ਖਤਮ ਹੋ ਜਾਂਦੀ ਹੈ। ਕਿੱਥੋਂ ਆ ਰਹੀ ਹੈ, ਕਿੱਥੇ ਚਲੀ ਗਈ, ਕੁਝ ਕਿਹਾ ਨਹੀਂ ਜਾ ਸਕਦਾ। ਤੇ ਮਨੁੱਖ ਦੀ ਜਿੰਦ ਵੀ ਇਸੇ ਪ੍ਰਕਾਰ ਹੀ ਹੈ। ਜਦ ਤੱਕ ਸਰੀਰ ਦੇ ਅੰਦਰ ਹੈ, ਜਦੋਂ ਤੱਕ ਪ੍ਰਮਾਤਮਾ ਇਸ ਸਰੀਰ ਰੂਪੀ ਸਾਜ਼ ਨੂੰ ਵਜਾ ਰਿਹਾ ਹੈ, ਸਾਡੇ ਅੰਦਰੋਂ ਸਾਡੀ ਜਿੰਦ ਆਵਾਜ਼ ਕਰ ਰਹੀ ਹੈ। ਤੇ ਜਦੋਂ ਪ੍ਰਮਾਤਮਾ ਨੇ ਸੋਚਿਆ ਕਿ ਬਸ ਇਸ ਸਾਜ਼ ਨੂੰ ਵਜਾਉਣਾ ਬੰਦ ਕਰੀਏ, ਉਹ ਜਿੰਦ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਖਤਮ ਹੋ ਕੇ ਕਿੱਥੇ ਜਾਂਦੀ ਹੈ? ਕਬੀਰ ਜੀ ਕਹਿੰਦੇ ਕਿਹਨੇ ਦੇਖਿਆ? ਮਰੇ ਮਨੁੱਖ ਦਾ ਭੇਤ ਕੋਈ ਕਿਵੇਂ ਜਾਣ ਸਕਦਾ ਹੈ? ਮੂਏ ਮਰਮ ਕੋ ਕਾ ਕਰ ਜਾਨਾ। ਜਿਵੇਂ ਅਸੀਂ ਇਹ ਨਹੀਂ ਪਤਾ ਕਰ ਸਕਦੇ ਕਿ ਸਾਜ਼ ਦੀ ਆਵਾਜ਼ ਕਿੱਥੋਂ ਨਿਕਲ ਰਹੀ ਸੀ, ਕਿੱਥੇ ਚਲੀ ਗਈ, ਉਵੇਂ ਹੀ ਸਾਡੀ ਜਿੰਦ ਹੈ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓ ਰੇ ਕਬੀਰ। ਹੰਸ ਜੋ ਹਨ ਉਹ ਸਰੋਵਰ ਦੇ ਆਸ-ਪਾਸ ਰਹਿੰਦੇ ਨੇ ਸਦਾ ਹੀ। ਤੇ ਕਬੀਰ ਜੀ ਕਹਿੰਦੇ ਜਿਵੇਂ ਹੰਸਾਂ ਦੇ ਲਈ ਸਰੋਵਰ ਹੈ, ਉਵੇਂ ਹੀ ਸਾਡੇ ਸਰੀਰਾਂ ਦੇ ਲਈ ਮੌਤ ਹੈ। ਸਾਡੇ ਹਮੇਸ਼ਾ ਆਸ-ਪਾਸ ਰਹਿੰਦੀ ਹੈ। ਕੁਝ ਨਹੀਂ ਕਿਹਾ ਜਾ ਸਕਦਾ ਕਦ ਸਾਡੇ ਤੇ ਝਪੁੱਟ ਮਾਰ ਲਵੇ। ਹੰਸ ਹੈ, ਸਰੋਵਰ ਦੇ ਆਸ-ਪਾਸ ਉੱਡਦਾ ਫਿਰਦਾ ਹੈ। ਕੋਈ ਥੋੜ੍ਹੀ ਕਹਿ ਸਕਦਾ ਕਿ ਇਹ ਵਾਲਾ ਹੰਸ ਕਦੋਂ ਸਰੋਵਰ ਦੇ ਵਿੱਚ ਚੁੰਬੀ ਲਗਾਏਗਾ, ਕਦੋਂ ਪਾਣੀ ਦੇ ਵਿੱਚ ਵੜ ਜਾਏਗਾ, ਨਹੀਂ ਕਿਹਾ ਜਾ ਸਕਦਾ। ਹਾਂ, ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪਾਣੀ ਦੇ ਆਸ-ਪਾਸ ਘੁੰਮ ਰਿਹਾ ਹੈ। ਸੋ ਉਵੇਂ ਹੀ ਮੌਤ ਸਦਾ ਹੀ ਸਾਡੇ ਆਸ-ਪਾਸ ਘੁੰਮ ਰਹੀ ਹੈ। ਤੇ ਕਦੋਂ ਸਾਡੇ ਤੇ ਝਪੁੱਟ ਮਾਰ ਲਵੇ ਅਸੀਂ ਕਹਿ ਨਹੀਂ ਸਕਦੇ, ਅਸੀਂ ਜਾਣ ਨਹੀਂ ਸਕਦੇ। ਇਸ ਕਰਕੇ ਕਬੀਰ ਜੀ ਕਹਿੰਦੇ ਰਾਮ ਰਸਾਇਣ ਪੀਓ ਰੇ ਕਬੀਰ। ਹੈ ਕਬੀਰ, ਸਾਰੇ ਰਸਾਂ ਤੋਂ ਸ੍ਰੇਸ਼ਟ ਨਾਮ ਰਸ ਪੀ। ਗੌੜੀ ਕਬੀਰ ਜੀ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਜੋਤ ਤੋਂ ਭਾਵ ਪਰਮਾਤਮਾ, ਜਾਤ ਤੋਂ ਭਾਵ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ, ਸ੍ਰਿਸ਼ਟੀ ਦੇ ਜੀਵ, ਜੋਤੀ ਤੋਂ ਭਾਵ ਇਹਨਾਂ ਜੀਵਾਂ ਦੀ ਬੁੱਧੀ। ਭਗਤ ਕਬੀਰ ਜੀ ਕਹਿੰਦੇ ਕਿ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਜੋਤ ਕੀ ਜਾਤ, ਜਾਤ ਕੀ ਜੋਤੀ, ਤੇ ਸ੍ਰਿਸ਼ਟੀ ਦੀ ਬੁੱਧੀ ਹੈ। ਸ੍ਰਿਸ਼ਟੀ ਦੇ ਸਾਰੇ ਹੀ ਜੀਵਾਂ ਦੇ ਪਾਸ ਬੁੱਧੀ ਹੈ। ਤਿਤ ਲਾਗੇ ਕੰਚੂਆ ਫਲ ਮੋਤੀ, ਤੇ ਇਸ ਬੁੱਧੀ ਨੂੰ ਕੱਚ ਅਤੇ ਮੋਤੀ ਰੂਪ ਫਲ ਲੱਗਿਆ ਹੋਇਆ ਹੈ। ਜੋ ਮੰਦੇ ਪਾਸੇ ਚਲਾ ਗਿਆ, ਉਸ ਜੀਵ ਦੀ ਬੁੱਧੀ ਨੂੰ ਕੱਚ ਲੱਗਿਆ ਸਮਝੋ,
ਤੇ ਜੋ ਚੰਗੇ ਪਾਸੇ ਚਲਾ ਗਿਆ ਉਹਦੀ ਬੁੱਧੀ ਨੂੰ ਮੋਤੀ ਲੱਗੇ ਸਮਝੋ। ਅੱਗੇ ਕਬੀਰ ਜੀ ਸਵਾਲ ਪੁੱਛਦੇ ਨੇ, ਕਵਨ ਸੋ ਘਰ ਜੋ ਨਿਰਭਉ ਕਹੀਐ, ਭਉ ਭਜ ਜਾਏ ਅਭੈ ਹੋਏ ਰਹੀਐ ਰਹਾਉ। ਕਹਿੰਦੇ ਉਹ ਕਿਹੜੀ ਥਾਂ ਹੈ ਜੋ ਡਰ ਤੋਂ ਖਾਲੀ ਹੈ, ਜਿਸ ਥਾਂ ਨੂੰ ਅਸੀਂ ਨਿਰਭਉ ਕਹਿ ਸਕੀਏ। ਕਿਹੜੀ ਥਾਂ ਹੈ ਉਹ, ਜਿੱਥੇ ਜਾ ਕੇ ਡਰ ਦੂਰ ਹੋ ਜਾਏ ਤੇ ਜੀਵ ਨਿਡਰ ਹੋ ਕੇ ਰਹੇ, ਭਉ ਭਜ ਜਾਏ ਅਭੈ ਹੋਏ ਰਹੀਐ। ਕਿਹੜੀ ਥਾਂ ਹੈ ਉਹ? ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਅਚਾਰ ਰਹੇ ਉਰਜਾਈ। ਕਿਸੇ ਪਵਿੱਤਰ ਨਦੀ ਦੇ ਕੰਢੇ ਜਾਂ ਤੀਰਥ ਉਹ ਥਾਂ ਨਹੀਂ ਜਿੱਥੇ ਨਿਰਭੈਤਾ ਹੋਵੇ, ਕਿਉਂਕਿ ਅਜਿਹੇ ਥਾਵਾਂ ਤੇ ਜਾ ਕੇ ਤੇ ਮਨੁੱਖ ਚਾਰ ਅਚਾਰ ਦੇ ਵਿੱਚ ਲੱਗਿਆ ਰਹਿੰਦਾ ਹੈ, ਪਾਪ ਪੁੰਨ ਦੇ ਵਿੱਚ ਰੁੱਝਿਆ ਰਹਿੰਦਾ ਹੈ। ਉੱਥੇ ਜਾ ਕੇ ਤੇ ਮਨੁੱਖ ਦੇ ਮਨ ਵਿੱਚ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੇ ਤੋਂ ਕੋਈ ਪਾਪ ਨਾ ਹੋ ਜਾਏ। ਤਾਂ ਤਟ ਤੀਰਥ ਉਹ ਥਾਂ ਤੇ ਨਹੀਂ ਹੋਏ ਜਿੱਥੇ ਜਾ ਕੇ ਕਿ ਜੀਵ ਨਿਡਰ ਹੋ ਸਕੇ, ਕਿਉਂਕਿ ਉੱਥੇ ਤੇ ਡਰ ਨਾਲ ਹੀ ਬਣਿਆ ਰਹਿੰਦਾ ਹੈ। ਤੇ ਨਾਲ ਹੀ ਸਾਨੂੰ ਇਹ ਵੀ ਦੱਸ ਦਿੰਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਬਾਰਸ ਤਜੋ ਗੁਣ ਆਨ। ਕਹਿੰਦੇ ਪਾਪ ਤੇ ਪੁੰਨ ਤਾਂ ਦੋਵੇਂ ਇੱਕ ਸਮਾਨ ਨੇ, ਦੋਵੇਂ ਹੀ ਸਾਨੂੰ ਸੰਸਾਰ ਦੇ ਨਾਲ ਜੋੜਦੇ ਨੇ। ਇੱਕ ਸਾਡੇ ਅੰਦਰ ਡਰ ਪੈਦਾ ਕਰਦਾ ਹੈ, ਪਾਪ ਕਰਨ ਤੋਂ ਅਸੀਂ ਡਰਦੇ ਹਾਂ। ਦੂਜਾ ਸਾਡੇ ਅੰਦਰ ਹੰਕਾਰ ਪੈਦਾ ਕਰਦਾ ਹੈ, ਪੁੰਨ। ਹੰਕਾਰ ਵੀ ਤੇ ਲਾਲਸਾ ਵੀ ਪੈਦਾ ਕਰਦਾ ਹੈ, ਕਿਉਂਕਿ ਜਦੋਂ ਕੋਈ ਇਨਸਾਨ ਪੁੰਨ ਕਰਦਾ ਹੈ, ਇੱਕ ਤੇ ਇਹ ਸੋਚਦਾ ਕਿ ਮੈਂ ਪੁੰਨ ਕੀਤਾ, ਇਸ ਗੱਲ ਦਾ ਮਾਣ ਕਰਦਾ ਹੈ, ਹੰਕਾਰ ਕਰਦਾ ਹੈ। ਦੂਜਾ ਇਹ ਵੀ ਸੋਚਦਾ ਕਿ ਮੈਂ ਪੁੰਨ ਕੀਤਾ ਤਾਂ ਬਦਲੇ ਦੇ ਵਿੱਚ ਮੇਰੇ ਨਾਲ ਕੁਝ ਚੰਗਾ ਹੋਵੇ। ਸੋ ਇਹ ਤਾਂ ਦੋਨੇ ਹੀ ਸਾਨੂੰ ਸੰਸਾਰ ਨਾਲ ਜੋੜਦੇ ਨੇ। ਇਸ ਕਰਕੇ ਪਾਪ ਤੇ ਪੁੰਨ ਇੱਕ ਸਮਾਨ ਨੇ, ਪਾਪ ਪੁੰਨ ਦੋਏ ਇੱਕ ਸਮਾਨ। ਤਾਂ ਕਬੀਰ ਜੀ ਕਹਿੰਦੇ ਇਹਨਾਂ ਨੂੰ ਛੱਡੋ। ਨਿਜ ਘਰ ਪਾਰਸ, ਤੁਹਾਡੇ ਅੰਦਰ ਪਾਰਸ ਪ੍ਰਮਾਤਮਾ ਵਸਦਾ ਹੈ। ਤਜੋ ਗੁਣ ਆਣ, ਕਹਿੰਦੇ ਉਹਦੇ ਨਾਲ ਸਾਂਝ ਪਾਓ, ਬਾਕੀ ਪਾਪ ਪੁੰਨ ਰੂਪੀ ਸਾਰੇ ਗੁਣ ਛੱਡ ਦਿਓ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ। ਹੇ ਕਬੀਰ, ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾ ਭੁਲਾ। ਜੋ ਨਿਰਗੁਣ ਹੈ ਪਰਮਾਤਮਾ ਦਾ ਨਾਮ, ਉਹਨੂੰ ਨਾ ਭੁਲਾ। ਆਪਣੇ ਮਨ ਨੂੰ ਨਾਮ ਜਪਣ ਦੇ ਆਰੇ ਲਾ ਕੇ ਨਾਮ ਵਿੱਚ ਰੁੱਝਿਆ ਰਹੋ। ਇੱਥੋਂ ਤੈਨੂੰ ਨਿਰਭੈਤਾ ਮਿਲੇਗੀ। ਤੀਰਥਾਂ ਤੇ ਜਾ ਕੇ ਤੈਨੂੰ ਨਿਰਭੈਤਾ ਨਿਡਰਤਾ ਹਾਸਲ ਨਹੀਂ ਹੋਣੀ। ਪਰਮਾਤਮਾ ਦਾ ਨਾਮ ਜਪੇਗਾ, ਫਿਰ ਤੇਰੇ ਅੰਦਰ ਜ਼ਰੂਰ ਨਿਡਰਤਾ ਆ ਜਾਏਗੀ। ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ ਅਜਿਹੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਨਿਡਰਤਾ ਦੀ ਮਿਸਾਲ ਸਾਡੇ ਇਤਿਹਾਸ ਦੇ ਵਿੱਚੋਂ ਸਾਨੂੰ ਵਾਰ-ਵਾਰ ਮਿਲਦੀ ਹੈ। ਐਡੇ ਐਡੇ ਲਸ਼ਕਰਾਂ ਦੇ ਨਾਲ ਥੋੜ੍ਹੀ ਜਿਹੀ ਫੌਜ ਲੈ ਕੇ ਭਿੜ ਜਾਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਅੰਦਰੋਂ ਨਿਡਰਤਾ ਹੋਣੀ ਚਾਹੀਦੀ ਆ, ਤਾਂ ਹੀ ਬੰਦੇ ਦਾ ਦਿਲ ਪੈਂਦਾ ਹੈ, ਹੌਸਲਾ ਪੈਂਦਾ ਹੈ ਅਜਿਹੀਆਂ ਜੰਗਾਂ ਲੜਨ ਦਾ। ਪਰਿਵਾਰ ਨੂੰ ਵਾਰ ਦੇਣਾ ਵੀ ਸੌਖਾ ਨਹੀਂ ਹੁੰਦਾ। ਅੰਦਰ ਨਿਡਰਤਾ ਹੋਵੇ ਤਾਂ ਹੀ ਇਹ ਕੀਤਾ ਜਾ ਸਕਦਾ ਹੈ। ਤੇ ਉਹ ਨਿਡਰਤਾ ਗੁਰੂ ਸਾਹਿਬਾਨਾਂ ਕੋਲ, ਗੁਰੂ ਦੀਆਂ ਫੌਜਾਂ ਕੋਲ ਤਟ ਤੀਰਥਾਂ ਦੇ ਇਸ਼ਨਾਨਾਂ ਤੋਂ ਨਹੀਂ ਆਈ ਸੀ। ਉਹਨਾਂ ਦੀ ਪ੍ਰੀਤ ਜੁੜੀ ਹੋਈ ਸੀ ਪਰਮਾਤਮਾ ਦੇ ਨਾਲ, ਸਿਮਰਨ ਦੇ ਨਾਲ। ਇਸ ਕਰਕੇ ਨਿਡਰਤਾ ਸੀ ਉਹਨਾਂ ਦੇ ਅੰਦਰ। ਸੋ ਜੋ ਕਬੀਰ ਸਾਹਿਬ ਨੇ ਸਵਾਲ ਪੁੱਛਿਆ ਸੀ ਕਿ ਕਵਨ ਸੋ ਘਰ ਜੋ ਨਿਰਭਉ ਕਹੀਐ, ਉਹ ਕਿਹੜੀ ਥਾਂ ਜਿਹੜੀ ਨੂੰ ਅਸੀਂ ਨਿਰਭਉ ਕਹਿ ਸਕੀਏ। ਉਹ ਸਾਡਾ ਮਨ ਹੀ ਹੈ ਜਿੱਥੇ ਪ੍ਰਮਾਤਮਾ ਵਸ ਰਿਹਾ ਹੈ। ਸਾਡਾ ਦਿਲ, ਸਾਡਾ ਮਨ ਉਹ ਥਾਂ ਜਿੱਥੇ ਪ੍ਰਮਾਤਮਾ ਵਸ ਰਿਹਾ, ਜਿਹਨੂੰ ਅਸੀਂ ਨਿਰਭਉ ਕਹਿ ਸਕਦੇ ਹਾਂ। ਫਰਜ਼ ਸਾਡਾ ਇਹ ਬਣਦਾ ਕਿ ਉਹਨੂੰ ਪਛਾਣ ਲਈਏ, ਬਸ ਮੰਨ ਲਈਏ ਇਸ ਗੱਲ ਨੂੰ ਕਿ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ, ਤੇ ਪਾ ਲਈਏ ਪ੍ਰੀਤ ਉਸ ਪ੍ਰਮਾਤਮਾ ਦੇ ਨਾਲ। ਗੌੜੀ ਕਬੀਰ ਜੀ, ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਪਰਮਿਤ ਜਿਹਦੀ ਮਿਣਤੀ ਨਾ ਹੋ ਸਕੇ, ਜਿਹਦਾ ਹੱਦ ਬੰਨਾ ਲੱਭਿਆ ਨਾ ਜਾ ਸਕੇ, ਤੇ ਪਰਮਨ ਜੋ ਮਨ ਦੀ ਕਲਪਨਾ ਤੋਂ ਪਰੇ ਹੋਵੇ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿੱਚ ਨਾ ਆ ਸਕਦਾ ਹੋਵੇ। ਭਗਤ ਕਬੀਰ ਜੀ ਕਹਿੰਦੇ ਕਿ ਜੋ ਮਨੁੱਖ ਨਿਰਾ ਆਖਦੇ ਹਨ ਕਿ ਅਸਾਂ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ ਬੰਨਾ ਲੱਭਿਆ ਨਹੀਂ ਜਾ ਸਕਦਾ, ਜੋ ਮਨੁੱਖ ਦੀ ਮਨ ਦੀ ਪਹੁੰਚ ਤੋਂ ਪਰੇ ਹੈ, ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿੱਚ ਅਪੜੇ ਹਨ। ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ।
ਕਹਿੰਦੇ ਉੱਤੇ ਗੱਪਾਂ ਮਾਰ ਰਹੇ ਨੇ ਕਿ ਉਹਨਾਂ ਨੇ ਅਸਲ ਦੇ ਵਿੱਚ ਬੈਕੁੰਠ ਦੇਖ ਲਿਆ ਹੈ। ਅੱਗੇ ਕਹਿੰਦੇ ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੇ ਤਹਾਂ ਹੀ ਰਹਾਓ। ਮੈਨੂੰ ਨਹੀਂ ਪਤਾ ਕਹਿੰਦੇ ਕਿ ਬੈਕੁੰਠ ਕਿੱਥੇ ਹੈ ਜਿੱਥੇ ਇਹ ਸਾਰੇ ਲੋਕ ਆਖਦੇ ਹਨ ਚੱਲਣਾ ਹੈ ਚੱਲਣਾ ਹੈ। ਕਹਿਨ ਕਹਾਵਨ ਨਾ ਪਤਿਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ ਕਿ ਅਸੀਂ ਬੈਕੁੰਠ ਵਿੱਚ ਜਾਣਾ ਹੈ, ਮਨ ਨੂੰ ਤਸੱਲੀ ਨਹੀਂ ਹੋ ਸਕਦੀ, ਮਨ ਨੂੰ ਪਤਿਆਇਆ ਨਹੀਂ ਜਾ ਸਕਦਾ। ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਹੰਕਾਰ ਦੂਰ ਹੋ ਜਾਏ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦੋਂ ਤੱਕ ਅੰਦਰ ਬੈਕੁੰਠ ਜਾਣ ਦੀ ਤਾਂਘ ਲੱਗੀ ਰਹੇਗੀ, ਤਦ ਤੱਕ ਪ੍ਰਭੂ ਦੇ ਚਰਨਾਂ ਵਿੱਚ ਮਨ ਜੁੜ ਨਹੀਂ ਸਕਦਾ, ਕਿਉਂਕਿ ਉਹ ਤਾਂਘ ਤੁਹਾਡੇ ਅੰਦਰ ਨਿਰਾਸ਼ਾ ਵੀ ਪੈਦਾ ਕਰ ਸਕਦੀ ਹੈ, ਤੁਹਾਡੇ ਅੰਦਰ ਹੰਕਾਰ ਵੀ ਪੈਦਾ ਕਰ ਸਕਦੀ ਹੈ। ਤੁਸੀਂ ਸੋਚੋਗੇ ਕਿ ਮੈਂ ਜਾਣਾ ਹੈ, ਮੈਂ ਬੈਕੁੰਠ ਜਾਣਾ ਹੈ। ਇਹ ਮੈਂ ਜਦ ਤੱਕ ਤੁਹਾਡੇ ਅੰਦਰ ਹੈ, ਪ੍ਰਮਾਤਮਾ ਦੇ ਨਾਲ ਸਾਂਝ ਪੈ ਨਹੀਂ ਸਕਦੀ। ਦੂਜੀ ਗੱਲ, ਜਦ ਤੱਕ ਤੁਸੀਂ ਉੱਥੇ ਪਹੁੰਚ ਨਹੀਂ ਜਾਂਦੇ, ਤਦ ਤੱਕ ਨਿਰਾਸ਼ਾ ਦੀ ਕੋਈ ਨਾ ਕੋਈ ਚਿਨਕ ਵੀ ਤੁਹਾਡੇ ਅੰਦਰ ਜ਼ਰੂਰ ਬਲਦੀ ਰਹੇਗੀ, ਤਾਂ ਉਹ ਵੀ ਤੁਹਾਨੂੰ ਪ੍ਰਮਾਤਮਾ ਤੋਂ ਦੂਰ ਕਰਨ ਦੇ ਵਿੱਚ ਹੀ ਸਹਾਈ ਹੋਏਗੀ, ਪ੍ਰਮਾਤਮਾ ਦੇ ਨੇੜੇ ਜਾਣ ਦੇ ਵਿੱਚ ਨਹੀਂ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਕਹਿੰਦੇ ਹੇ ਕਬੀਰ, ਇਹ ਆਖ ਕਿ ਇਹ ਗੱਲ ਕਿਵੇਂ ਸਮਝਾ ਕੇ ਦੱਸੀਏ ਕਿ ਸਾਧ ਸੰਗਤ ਵਿੱਚ ਹੀ ਅਸਲੀ ਬੈਕੁੰਠ ਹੈ। ਤੁਸੀਂ ਬਹੁਤਾ ਕੁਝ ਸੋਚੋ ਨਾ, ਪ੍ਰਮਾਤਮਾ ਨੂੰ ਬਿਆਨ ਕਰਨ ਦੀਆਂ ਕੋਸ਼ਿਸ਼ਾਂ ਨਾ ਕਰੋ, ਪ੍ਰਮਾਤਮਾ ਦੀਆਂ ਗਿਣਤੀਆਂ ਮਿਣਤੀਆਂ ਨਾ ਦੱਸੋ, ਹੱਦ ਬੰਨੇ ਨਾ ਦੱਸੋ, ਉਹਦੀ ਸ਼ਕਲ ਸੂਰਤ ਦੱਸਣ ਦੀ ਖੇਚਲ ਨਾ ਕਰੋ। ਤੁਸੀਂ ਸਿਰਫ ਸਾਧ ਸੰਗਤ ਦੇ ਵਿੱਚ ਜੁੜੋ ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਫਿਰ ਤੁਹਾਡੀ ਉਸ ਪ੍ਰਮਾਤਮਾ ਨਾਲ ਸਾਂਝ ਪੈ ਜਾਏ। ਜੇ ਉਸ ਪ੍ਰਮਾਤਮਾ ਦੇ ਸਰੂਪ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰਦੇ ਰਹੋਗੇ ਤੇ ਅਸਫਲਤਾ ਹੀ ਹੱਥ ਲੱਗਣੀ ਹੈ। ਜੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਸਫਲ ਜ਼ਰੂਰ ਹੋ ਜਾਓਗੇ। ਗੌੜੀ ਕਬੀਰ ਜੀ, ਉਪਜੈ ਨਿਪਜੈ ਨਿਪਜ ਸਮਾਈ, ਨੈਣਾ ਦੇਖਤ ਇਹੋ ਜਗ ਜਾਈ। ਉਪਜੈ ਤੋਂ ਭਾਵ ਮੁੱਢ ਵੱਜਣਾ, ਨਿਪਜੈ ਤੋਂ ਭਾਵ ਵਜੂਦ ਦੇ ਵਿੱਚ ਆਉਣਾ। ਭਗਤ ਕਬੀਰ ਜੀ ਕਹਿੰਦੇ ਕਿ ਜੀਵ ਪਿਤਾ ਦੀ ਬਿੰਦ ਤੋਂ ਉਹਦਾ ਮੁੱਢ ਵੱਜਦਾ ਹੈ, ਪਿਤਾ ਦੇ ਵੀਰਜ ਤੋਂ ਜੀਵ ਦਾ ਮੁੱਢ ਵੱਜਦਾ ਹੈ। ਮਾਤਾ ਦੀ ਕੁੱਖ ਦੇ ਵਿੱਚ ਉਹ ਜੀਵ ਵਜੂਦ ਦੇ ਵਿੱਚ ਆਉਂਦਾ ਹੈ ਤੇ ਵਜੂਦ ਦੇ ਵਿੱਚ ਆ ਕੇ ਜਗਤ ਦੇ ਵਿੱਚ ਆ ਜਾਂਦਾ ਹੈ, ਤੇ ਜਗਤ ਦੇ ਵਿੱਚ ਆ ਕੇ ਜਗਤ ਤੋਂ ਨਾਸ ਵੀ ਹੋ ਜਾਂਦਾ ਹੈ, ਚਲਿਆ ਵੀ ਜਾਂਦਾ ਹੈ। ਆਪਣੀਆਂ ਅੱਖਾਂ ਦੇ ਨਾਲ ਜਗਤ ਦਾ ਇਹ ਜੋ ਖਿਲਾਰਾ ਹੈ ਅਸੀਂ ਵੇਖਦੇ ਆਏ ਹਾਂ। ਉਹ ਕਹਿੰਦੇ ਆਪਣੀਆਂ ਅੱਖਾਂ ਦੇ ਨਾਲ ਅਸੀਂ ਵੇਖ ਸਕਦੇ ਹਾਂ ਕਿ ਇੰਝ ਹੀ ਹੁੰਦਾ ਹੈ। ਜੀਵ ਬਣਦਾ ਹੈ, ਪੈਦਾ ਹੁੰਦਾ ਹੈ ਤੇ ਮਰ ਜਾਂਦਾ ਹੈ। ਇਸ ਲਈ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ। ਹੇ ਜੀਵ, ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ ਜਦੋਂ ਤੂੰ ਇਹ ਆਖਦਾ ਹੈ ਕਿ ਇਹ ਘਰ ਮੇਰਾ ਹੈ। ਜਿਸ ਵੇਲੇ ਮੌਤ ਆਵੇਗੀ ਤਦੋਂ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਅਨੇਕਾਂ ਯਤਨ ਕਰਕੇ ਤੂੰ ਇਹ ਸਰੀਰ ਪਾਲਦਾ ਹੈ ਤੇ ਜਦੋਂ ਅੰਤ ਵੇਲਾ ਆਉਂਦਾ ਹੈ, ਮੌਤ ਆਉਂਦੀ ਹੈ ਤੇ ਅੱਗ ਵਿੱਚ ਸਾੜ ਦੇਈਂਦਾ ਹੈ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਸਰੀਰ ਤੇ ਤੂੰ ਅਤਰ ਲਾਉਂਦਾ ਹੈ, ਚੰਦਨ ਮਲਦਾ ਹੈ, ਬੜਾ ਧਿਆਨ ਰੱਖਦਾ ਹੈ ਆਪਣੇ ਰੂਪ ਦਾ, ਤੇ ਆਖਰ ਨੂੰ ਇਹ ਸਰੀਰ ਲੱਕੜਾਂ ਵਿੱਚ ਸੜ ਜਾਂਦਾ ਹੈ। ਕਹੋ ਕਬੀਰ ਸੁਨੋ ਰੇ ਗੁਨੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਗੁਨੀਆਂ ਤੋਂ ਭਾਵ ਵਿਚਾਰਵਾਨ ਮਨੁੱਖ। ਹੇ ਕਬੀਰ, ਆਖ ਕੇ ਹੇ ਵਿਚਾਰਵਾਨ ਮਨੁੱਖ, ਚੇਤੇ ਰੱਖ ਸਾਰੀ ਦੁਨੀਆ ਵੇਖੇਗੀ ਤੇਰੇ ਇਸ ਰੂਪ ਨੂੰ ਨਾਸ ਹੁੰਦੇ। ਇਹ ਰੂਪ ਨਾਸ ਹੋ ਜਾਏਗਾ ਤੇ ਸਾਰੀ ਦੁਨੀਆ ਇਸ ਨੂੰ ਦੇਖੇਗੀ। ਇੱਥੇ ਇੱਕ ਗੱਲ ਪੁਆਇੰਟ ਆਊਟ ਕਰਨੀ ਚਾਹੁੰਦੇ ਹਾਂ। ਮੇਰਾ ਖਿਆਲ ਹੈ ਪਿਛਲੇ ਅੰਗ ਦੀ ਵੀਡੀਓ ਦੇ ਵਿੱਚ ਅਸੀਂ ਇਹ ਕਿਹਾ ਸੀ ਕਿ ਭਗਤ ਕਬੀਰ ਜੀ ਮੁਸਲਮਾਨ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ। ਆਮ ਤੌਰ ਤੇ ਇਹੀ ਮੰਨਿਆ ਜਾਂਦਾ ਹੈ। ਕਾਰਨ ਸ਼ਾਇਦ ਇਹ ਹੈ ਕਿ ਉਹਨਾਂ ਦਾ ਨਾਮ
ਇਸਲਾਮਿਕ ਲੱਗਦਾ ਹੈ। ਕਬੀਰ ਇਸਲਾਮਿਕ ਨਾਮ ਜ਼ਿਆਦਾ ਲੱਗਦਾ ਹੈ। ਪਰ ਇਹਨਾਂ ਪੰਕਤੀਆਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਕਬੀਰ ਜੀ ਦੀ ਸਾਰੀ ਹੀ ਬਾਣੀ ਦੇ ਵਿੱਚ ਜਿੱਥੇ ਵੀ ਉਹ ਮੌਤ ਤੋਂ ਬਾਅਦ ਦੇ ਕਿਰਿਆ ਕਰਮ ਦੀ ਗੱਲ ਕਰਦੇ ਨੇ ਤਾਂ ਸਰੀਰ ਨੂੰ ਜਲਾਉਣ ਦੀ ਹੀ ਗੱਲ ਕਰਦੇ ਨੇ, ਦਫਨਾਉਣ ਦੀ ਗੱਲ ਨਹੀਂ ਕਰਦੇ। ਇੱਥੋਂ ਇੱਕ ਸੋਚ ਬਣਦੀ ਹੈ ਕਿ ਸ਼ਾਇਦ ਉਹ ਅਸਲ ਦੇ ਵਿੱਚ ਮੁਸਲਿਮ ਪਰਿਵਾਰ ਦੇ ਵਿੱਚ ਨਹੀਂ, ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ। ਹਾਲਾਂਕਿ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪਿਛਲੇ ਹੀ ਅੰਗ ਦੀ ਬਾਣੀ ਦੇ ਵਿੱਚ ਅਸੀਂ ਇਹ ਵੀ ਪੜ੍ਹ ਕੇ ਹਟੇ ਹਾਂ ਕਿ ਸਾਰੇ ਜੀਵ ਤੇ ਬਰਾਬਰ ਹੀ ਨੇ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਇਹ ਤੇ ਵੰਨਗੀਆਂ ਮਨੁੱਖ ਨੇ ਬਣਾ ਲਈਆਂ ਨੇ, ਪਰ ਉਂਝ ਤੇ ਸਾਰੇ ਹੀ ਜੀਵ, ਸਾਰੇ ਹੀ ਮਨੁੱਖ ਬਰਾਬਰ ਹੀ ਨੇ। ਇਹਨਾਂ ਗੱਲਾਂ ਦੇ ਨਾਲ ਫਰਕ ਕੋਈ ਨਹੀਂ ਪੈਂਦਾ। ਪਰ ਇਹ ਗੱਲ ਰੱਖਣੀ ਜ਼ਰੂਰੀ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਕਈ ਜੋ ਸੁਣਨ ਵਾਲੇ ਨੇ, ਕਈ ਵਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗ ਸਕਦੀ ਹੈ। ਹਾਲਾਂਕਿ ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਜੋ ਪਿਛਲੇ ਕੁਝ ਸਮੇਂ ਤੋਂ ਗੁਰਬਾਣੀ ਦੇ ਲੜ ਲੱਗੇ ਹੋਏ ਹੋ, ਤੁਸੀਂ ਇਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਵੱਖ-ਵੱਖ ਧਰਮ ਵੰਨਗੀਆਂ ਦੇ ਜੋ ਅਡੰਬਰ ਨੇ ਇਹਦੇ ਤੋਂ ਉੱਪਰ ਉੱਠ ਚੁੱਕੇ ਹੋ। ਮੇਰਾ ਇਹ ਯਕੀਨ ਹੈ ਕਿ ਤੁਸੀਂ ਇਹ ਜੋ ਵਖਰੇਵਾਂ ਹੈ ਇਹਦੇ ਤੋਂ ਉੱਪਰ ਉੱਠ ਚੁੱਕੇ ਹੋ। ਤੁਹਾਡੀਆਂ ਭਾਵਨਾਵਾਂ ਇੰਨੀਆਂ ਨਾਜ਼ੁਕ ਨਹੀਂ ਰਹਿ ਗਈਆਂ ਜੋ ਅਜਿਹੀਆਂ ਗੱਲਾਂ ਦੇ ਨਾਲ ਜਿਨ੍ਹਾਂ ਨੂੰ ਠੇਸ ਪਹੁੰਚ ਸਕੇ। ਪਰ ਫਿਰ ਵੀ ਮੈਨੂੰ ਇਹ ਗੱਲ ਪੁਆਇੰਟ ਆਊਟ ਕਰਨੀ ਜ਼ਰੂਰੀ ਲੱਗੀ। ਗੌੜੀ ਕਬੀਰ ਜੀ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਕਬੀਰ ਜੀ ਕਹਿੰਦੇ ਕਿ ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀ ਲਾਭ। ਕਿਸੇ ਦੇ ਮਰਨ ਤੇ ਅਸੀਂ ਸੋਗ ਕਿਉਂ ਕਰੀਏ? ਤਾਂ ਕਰੀਏ ਜੇ ਆਪਨੇ ਸਦਾ ਹੀ ਜਿਉਂਦੇ ਰਹਿਣਾ ਹੋਵੇ। ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਆਵਨ ਹਾਰਾ ਰਹਾਓ। ਕਹਿੰਦੇ ਮੈਂ ਹੁਣ ਨਹੀਂ ਮਰਨਾ, ਮੇਰੀ ਆਤਮਾ ਨੇ ਹੁਣ ਨਹੀਂ ਮਰਨਾ। ਇੱਥੇ ਆਤਮਕ ਮੌਤ ਦੀ ਗੱਲ ਹੋ ਰਹੀ ਹੈ, ਇਹ ਨਹੀਂ ਕਿ ਸਰੀਰ ਨੇ ਵੀ ਨਹੀਂ ਮਰਨਾ। ਕਹਿੰਦੇ ਮੈਂ ਆਤਮਕ ਤੌਰ 'ਤੇ ਨਹੀਂ ਮਰਨਾ। ਮਰਦੇ ਤਾਂ ਉਹ ਨੇ ਜੋ ਸੰਸਾਰਿਕ ਧੰਦਿਆਂ ਦੇ ਵਿੱਚ ਫਸੇ ਹੋਏ ਨੇ। ਮੈਨੂੰ ਤੇ ਜੀਵਨ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ। ਯਾ ਦੇਹੀ ਪਰਮਲ ਮਹਿਕੰਦਾ, ਤਾਂ ਸੁਖ ਵਿਸਰੇ ਪਰਮਾਨੰਦਾ। ਮਨੁੱਖ ਇਸ ਸਰੀਰ ਨੂੰ ਕਈ ਪ੍ਰਕਾਰ ਦੀਆਂ ਸੁਗੰਧੀਆਂ ਲਾ ਕੇ ਮਹਿਕਾਉਂਦਾ ਹੈ ਤੇ ਇਹਨਾਂ ਸੁਗੰਧੀਆਂ ਦੇ ਨਾਲ ਆਪਣੇ ਸਰੀਰ ਨੂੰ ਮਹਿਕਾਉਣ ਦੇ ਵਿੱਚੋਂ ਥੋੜ੍ਹਾ ਜਿਹਾ ਸੁੱਖ ਦਾ ਅਨੁਭਵ ਵੀ ਕਰਦਾ ਹੈ। ਉਹਨੂੰ ਖੁਸ਼ੀ ਹੁੰਦੀ ਹੈ ਆਪਣੇ ਸਰੀਰ ਨੂੰ ਲਿਸ਼ਕਾ ਪੁਸ਼ਕਾ ਕੇ। ਪਰ ਭਗਤ ਜੀ ਕਹਿੰਦੇ ਕਿ ਇਸ ਛੋਟੇ ਜਿਹੇ ਸੁੱਖ ਦੇ ਪਿੱਛੇ ਜੋ ਪਰਮ ਆਨੰਦ ਹੈ, ਜੋ ਪ੍ਰਮਾਤਮਾ ਨਾਲ ਸਾਂਝ ਪਾਉਣ 'ਤੇ ਮਿਲਦਾ ਹੈ, ਉਹਨੂੰ ਉਹ ਵਿਸਾਰ ਦਿੰਦਾ ਹੈ। ਕੁਅਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਕਹਿੰਦੇ ਮੰਨੋ ਕਿ ਇਹ ਸਾਡਾ ਜੋ ਸਰੀਰ ਹੈ ਇਹ ਇੱਕ ਖੂਹ ਹੈ ਤੇ ਪੰਜੇ ਗਿਆਨ ਇੰਦਰੇ, ਪੰਜ ਚਰਖੜੀਆਂ ਹਨ ਇਸ ਖੂਹ ਦੇ ਵਿੱਚੋਂ ਪਾਣੀ ਭਰਨ ਦੇ ਲਈ। ਪਰ ਪਾਣੀ ਭਰਨ ਦੇ ਲਈ ਜੋ ਲਾਜ, ਜੋ ਰੱਸੀ ਤੇ ਬਾਲਟੀ ਚਾਹੀਦੀ ਹੈ, ਉਹ ਸਾਡੀ ਮੱਤ ਹੈ ਜੋ ਕਿ ਖਰਾਬ ਹੋਈ ਹੋਈ ਹੈ। ਜੇ ਰੱਸੀ ਨਾ ਹੋਵੇ ਤੇ ਬਾਲਟੀ ਨਾ ਹੋਵੇ, ਚਰਖੜੀਆਂ ਹੋਣ, ਖੂਹ ਹੋਵੇ, ਅਸੀਂ ਪਾਣੀ ਨਹੀਂ ਭਰ ਸਕਦੇ। ਤੇ ਉਸੇ ਪ੍ਰਕਾਰ ਹੀ ਜਦੋਂ ਸਾਡੀ ਬੁੱਧੀ ਜੋ ਹੈ ਉਹ ਵਿਕਾਰਾਂ ਵਾਲੀ ਹੋ ਜਾਏ, ਬੁੱਧੀ ਮਲੀਨ ਹੋ ਜਾਏ, ਭ੍ਰਿਸ਼ਟ ਹੋ ਜਾਏ, ਤਾਂ ਅਸੀਂ ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਵਰਤ ਕੇ, ਪੰਜਾਂ ਚਰਖੜੀਆਂ ਨੂੰ ਵਰਤ ਕੇ ਇਸ ਸਰੀਰ ਰੂਪੀ ਖੂਹ ਦੇ ਵਿੱਚੋਂ ਸੁੱਖ ਰੂਪੀ ਪਾਣੀ ਕੱਢਣ ਦੀ ਕੋਸ਼ਿਸ਼ ਤਾਂ ਕਰਾਂਗੇ, ਪਰ ਕੱਢ ਨਹੀਂ ਪਾਵਾਂਗੇ। ਕਾਰਨ ਇਹੀ ਹੈ ਕਿ ਅੱਜ ਸੰਸਾਰ ਦੇ ਲਗਭਗ ਸਾਰੇ ਹੀ ਜੋ ਮਨੁੱਖ ਹਨ ਉਹ ਦੁਖੀ ਨੇ, ਕੋਈ ਕਿਸੇ ਗੱਲੋਂ, ਕੋਈ ਕਿਸੇ ਗੱਲੋਂ। ਜੇ ਕੋਈ ਜੀਵਨ ਪੱਧਰ ਦਾ ਕੋਈ ਮਾਪਦੰਡ ਹੋਵੇ ਫਿਰ ਤੇ ਗੱਲ ਹੋਰ ਹੈ, ਪਰ ਮਾਪਦੰਡ ਇੱਥੇ ਕੋਈ ਨਹੀਂ। ਇਸ ਕਰਕੇ ਜਿਹਦੇ ਕੋਲ ਬਹੁਤਾ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਥੋੜ੍ਹਾ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਹੈ ਹੀ ਨਹੀਂ ਉਹ ਵੀ ਦੁਖੀ ਹੈ। ਸਾਰੇ ਦੁਖੀ ਨੇ ਕਿਉਂਕਿ ਸੁੱਖ ਸੰਸਾਰ 'ਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਨ ਤੇ ਸਾਰੇ ਹੀ ਸੁਖੀ ਹੋ ਜਾਣ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੁਵਟਾ ਨਾ ਪਨਹਾਰੀ। ਇਹ ਕਬੀਰ ਇਹ ਆਖ ਕੇ ਜਦੋਂ ਵਿਚਾਰ ਵਾਲੀ ਬੁੱਧ ਅੰਦਰ ਜਾਗ ਪਈ, ਤਦੋਂ ਨਾ ਇਹ ਸਰੀਰਕ ਮੋਹ ਰਿਹਾ ਤੇ ਨਾ ਹੀ ਵਿਕਾਰਾਂ ਵੱਲ ਖਿੱਚਣ ਵਾਲੇ ਉਹ ਇੰਦਰੇ ਰਹੇ। ਫਿਰ ਅਸੀਂ ਵਿਕਾਰਾਂ 'ਚੋਂ ਸੁੱਖ ਨਹੀਂ ਲੱਭਦੇ ਜਦ ਸਾਡੇ ਅੰਦਰ ਗਿਆਨ ਦਾ ਦੀਵਾ ਜਗ ਪਵੇ।
ਅੰਦਰੋਂ ਅਗਿਆਨਤਾ ਦਾ ਹਨੇਰਾ ਜਦੋਂ ਦੂਰ ਹੋ ਜਾਏ, ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਜਾਏ, ਫਿਰ ਅਸੀਂ ਸੁੱਖ ਆਪਣੇ ਅੰਦਰੋਂ ਹੀ ਲੱਭ ਲੈਂਦੇ ਹਾਂ, ਸੰਸਾਰ 'ਚੋਂ ਸੁੱਖ ਨਹੀਂ ਲੱਭਦੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 325ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਫਿਰ ਅਸੀਂ ਭਗਤ ਕਬੀਰ ਜੀ ਦੁਆਰਾ ਲਿਖੇ ਹੋਏ 5 ਸ਼ਬਦ ਪੜ੍ਹੇ, ਤੇ ਅੱਜ ਦੇ 5 ਹੀ ਸ਼ਬਦਾਂ ਦੇ ਵਿੱਚ ਇੱਕੋ ਜਿਹਾ ਭਾਵ ਸੀ, ਤੇ ਉਹ ਇਹ ਸੀ ਕਿ ਸੰਸਾਰਕ ਵਸਤਾਂ ਦੇ ਮੋਹ ਦੇ ਵਿੱਚ ਮਨੁੱਖ ਪਿਆ ਰਹਿੰਦਾ ਹੈ, ਇਹਨਾਂ ਦੇ ਵਿੱਚੋਂ ਹੀ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਇਹਨਾਂ ਹੀ ਗੱਲਾਂ ਦਾ ਮਾਣ ਕਰਦਾ ਰਹਿੰਦਾ ਹੈ, ਮੇਰਾ ਮੇਰਾ ਕਰਦਾ ਰਹਿੰਦਾ ਹੈ, ਸਰੀਰ ਦਾ ਮਾਣ ਕਰਦਾ ਹੈ, ਰੂਪ ਦਾ ਮਾਣ ਕਰਦਾ ਹੈ, ਸਰੀਰ ਨੂੰ ਲਿਸ਼ਕਾਉਂਦਾ ਹੈ, ਪੁਸ਼ਕਾਉਂਦਾ ਹੈ, ਮਹਿਕਾਂ ਲਾਉਂਦਾ ਹੈ, ਬੜੇ ਤਰੀਕਿਆਂ ਦੇ ਨਾਲ ਇਸ ਸਰੀਰ ਨੂੰ ਪਾਲਦਾ ਹੈ, ਪਰ ਇਹ ਭੁੱਲ ਜਾਂਦਾ ਹੈ ਕਿ ਇਸ ਸਰੀਰ ਨੇ ਸਦਾ ਨਹੀਂ ਰਹਿਣਾ, ਇਹ ਨਾਸਵੰਤ ਹੈ, ਇੱਕ ਦਿਨ ਇਹਨੇ ਖਤਮ ਹੋ ਜਾਣਾ ਹੈ, ਇਸ ਗੱਲ ਨੂੰ ਚੇਤੇ ਦੇ ਵਿੱਚ ਨਹੀਂ ਰੱਖਦਾ। ਸੰਸਾਰ ਦੇ ਵਿੱਚੋਂ ਸੁੱਖ ਲੱਭਣ ਦੀ ਬਜਾਏ ਆਪਣੇ ਅੰਦਰੋਂ ਸੁੱਖ ਨਹੀਂ ਲੱਭਦਾ, ਇਸ ਕਰਕੇ ਸੰਸਾਰ ਦੇ ਛੋਟੇ ਛੋਟੇ ਸੁੱਖਾਂ ਦੀ ਖਾਤਰ ਜੋ ਅੰਦਰੋਂ ਮਿਲ ਸਕਦਾ ਹੈ, ਪਰਮ ਸੁੱਖ ਉਹਨੂੰ ਵਿਸਾਰੀ ਰੱਖਦਾ ਹੈ। ਸੋ ਆਓ ਇਸ ਗੱਲ ਨੂੰ ਪਛਾਣੀਏ ਕਿ ਅਸੀਂ ਪਰਮ ਸੁੱਖ ਨੂੰ ਵੱਧ ਤਰਜੀਹ ਦਈਏ, ਸੰਸਾਰ 'ਚੋਂ ਮਿਲਣ ਵਾਲੇ ਛੋਟੇ ਛੋਟੇ ਸੁੱਖਾਂ ਨੂੰ ਨਹੀਂ। ਸੰਸਾਰ 'ਚੋਂ ਮਿਲਣ ਵਾਲੇ ਸਾਰੇ ਹੀ ਸੁੱਖ ਆਪਣੇ ਨਾਲ ਦੁੱਖ ਵੀ ਲੈ ਕੇ ਆਉਂਦੇ ਨੇ। ਕੋਈ ਵਸਤੂ ਅੱਜ ਲੈ ਲਈਏ ਤਾਂ ਅਸੀਂ ਖੁਸ਼ ਮਹਿਸੂਸ ਹੋਵਾਂਗੇ, ਸੁੱਖ ਦਾ ਅਨੁਭਵ ਕਰਾਂਗੇ, ਪਰ ਨਾਲ ਦੀ ਨਾਲ ਉਹ ਦੁੱਖ ਐਵੇਂ ਲੈ ਕੇ ਆਉਂਦੀ ਹੈ ਕਿ ਉਹਦੇ ਖੁੱਸਣ ਦਾ ਡਰ ਸਦਾ ਬਣਿਆ ਰਹਿੰਦਾ ਹੈ। ਜਦ ਵੀ ਖੁੱਸ ਜਾਏਗੀ ਤਾਂ ਦੁਖੀ ਵੀ ਹੋਵਾਂਗੇ। ਆਪਣੇ ਅੰਦਰੋਂ ਜੋ ਪਰਮ ਸੁੱਖ ਅਸੀਂ ਪ੍ਰਾਪਤ ਕਰਨਾ ਸਿੱਖ ਗਏ, ਸੰਸਾਰਕ ਵਸਤਾਂ ਨੂੰ ਸਿਰਫ ਵਰਤੋਂ ਦੀਆਂ ਵਸਤਾਂ ਮੰਨਣ ਲੱਗ ਗਏ, ਉਹਨਾਂ ਦੇ ਮੋਹ ਦੇ ਵਿੱਚੋਂ ਨਿਕਲ ਗਏ, ਤਾਂ ਉਹ ਜੋ ਪਰਮ ਆਨੰਦ ਹੈ, ਜੋ ਪਰਮ ਸੁੱਖ ਹੈ, ਉਹ ਦੁੱਖ ਨੂੰ ਨਾਲ ਲੈ ਕੇ ਨਹੀਂ ਆਉਂਦਾ, ਉਹ ਫਿਰ ਸਦਾ ਸੁੱਖ ਹੀ ਸੁੱਖ ਹੁੰਦਾ ਹੈ। ਇਸੇ ਲਈ ਹੀ ਪਰਮ ਸੁੱਖ ਕਿਹਾ ਗਿਆ ਹੈ। ਸੋ ਆਓ ਕੋਸ਼ਿਸ਼ ਕਰੀਏ ਇਸ ਵਿਚਾਰ 'ਤੇ ਅਮਲ ਕਰਨ ਦੀ, ਆਪਣੇ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਇਸ ਵਿਚਾਰ ਨੂੰ ਲਾਗੂ ਕਰਨ ਦੀ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਅੱਗੇ ਲੋਕਾਂ ਤੱਕ ਇਸ ਨੂੰ ਜ਼ਰੂਰ ਪਹੁੰਚਾ ਦਿਓ। ਬੜੀਆਂ ਵਧੀਆ ਸਿੱਖਿਆਵਾਂ ਭਗਤ ਕਬੀਰ ਜੀ ਨੇ ਅੱਜ ਦੀ ਬਾਣੀ ਦੇ ਵਿੱਚ ਸਾਨੂੰ ਬਖਸ਼ੀਆਂ ਨੇ। ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਗੱਲਾਂ ਨੂੰ ਸੁਣਨਗੇ, ਸਮਝਣਗੇ, ਆਪਣੇ ਜੀਵਨ ਦੇ ਵਿੱਚ ਲਾਗੂ ਕਰਨਗੇ, ਉਨੇ ਹੀ ਸੁਖੀ ਹੋਣਗੇ, ਇਹ ਸਾਡੀ ਕਾਮਨਾ ਹੈ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।